ਅੱਜ ਹੁਸ਼ਿਆਰਪੁਰ ਦੀ ਕੋਆਪਰੇਟਿਵ ਬੈਂਕ 'ਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਬੈਂਕ 'ਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਤੇ ਨਾਮਜ਼ਦਗੀ ਦਾਖਲ ਕਰਨ ਵਾਲੇ ਵੱਖ-ਵੱਖ ਜ਼ੋਨਲਾਂ ਤੋਂ ਆਏ ਵਿਅਕਤੀ ਤਾਂ ਪਹੁੰਚ ਗਏ, ਪਰੰਤੂ ਰਿਟਰਨਿੰਗ ਅਫਸਰ ਦੀ ਗੈਰ ਮੌਜੂਦਗੀ ਕਾਰਨ ਚੋਣਾਂ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਕਰੀਬ 2.5 ਘੰਟਿਆਂ ਦੀ ਦੇਰੀ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਵਿਅਕਤੀਆਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਅਤੇ ਅਫਸਰ ਦੀ ਮਿਲੀਭੁਗਤ ਕਾਰਨ ਉਹਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਸਰਕਾਰ ਇਸ ਬੈਂਕ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਇਸ ਦੌਰਾਨ ਜਦੋਂ ਮੌਕੇ ਤੇ ਪਹੁੰਚੇ ਕੋਆਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਨੂੰ ਰਿਟਰਨਿੰਗ ਅਫਸਰ ਦੇ ਦਫ਼ਤਰ 'ਚ ਬੈਠੇ ਹੋਣ ਦਾ ਪਤਾ ਲੱਗਾ ਤਾਂ ਆਪਣੇ ਸਾਥੀਆਂ ਨਾਲ ਦਫ਼ਤਰ 'ਚ ਹੀ ਜਾ ਵੜੇ, ਜਿਸ ਤੋਂ ਬਾਅਦ ਉੱਥੇ ਜੰਮ ਕੇ ਹੰਗਾਮਾ ਹੋਇਆ। ਦੂਜੇ ਪਾਸੇ ਜਦੋਂ ਰਿਟਰਨਿੰਗ ਅਫਸਰ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਸਮੇਂ ਦੇ ਮੁਤਾਬਕ ਬੈਂਕ 'ਚ ਪਹੁੰਚ ਗਏ ਸਨ, ਪਰੰਤੂ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਚੱਲਦਿਆਂ ਉਹਨਾਂ ਨੂੰ ਅੰਦਰ ਹੀ ਡੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ, ਪਰੰਤੂ ਉਹਨਾਂ ਵੱਲੋਂ ਸੁਰੱਖਿਆ ਨਾ ਹੋਣ ਦੀ ਗੱਲ ਕਹਿ ਦਿੱਤੀ ਗਈ। ਪੱਤਰਕਾਰਾਂ ਵੱਲੋਂ ਜਦੋਂ ਧਰਨਾ ਦੇ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਦਿੱਤਾ ਜਾ ਰਿਹਾ ਹੈ ਤੇ ਕਿਸੇ ਵੀ ਅਧਿਕਾਰੀ ਨੂੰ ਉਹਨਾਂ ਵੱਲੋਂ ਬੰਧਕ ਨਹੀਂ ਬਣਾਇਆ ਗਿਆ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜੱਸੀ ਦੱਸੋ ਕਿਉਂ ਨਹੀਂ ਕਾਗਜ਼ ਆ ਤੁਹਾਡਾ 8 ਵਜੇ ਦਾ ਟਾਈਮ ਸੀਗਾ ਜੀ ਆਰਓ ਸਾਹਿਬ, 9:30 ਵਜੇ ਤੋਂ ਤੁਸੀਂ ਕਾਗਜ਼ ਦਾਖਲ ਕਰਨੇ ਸੀ, ਸਾਡੇ ਕਾਗਜ਼ ਕਿਉਂ ਸਾਨੂੰ ਬੰਦ ਕੀਤਾ। ਮੈਂ ਤੁਹਾਡੇ ਤੋਂ ਪਹਿਲਾਂ ਹਾਂਜੀ ਬਾਅਦ ਜਾ ਕੇ ਇਹਨਾਂ ਨੂੰ ਰਿਕੁਐਸਟ ਕਰਕੇ ਆਇਆ ਜਿਹੜੀ ਸਰਵਿਸ ਹੈ ਇੱਕ ਮਿੰਟ ਜੀ ਇਹਨਾਂ ਨੂੰ ਵੀ ਤੁਸੀਂ ਇਹ ਖੋਲੋ ਤੇ ਅਸੀਂ ਆਪਣਾ ਜਿਹੜਾ ਕਾਗਜ਼ ਕਰ ਲਈ ਬੜੀ ਹੈ। ਰੁਕੋ ਨਹੀਂ ਰੁਕੋ ਯਾਰ। ਆ ਸਭ ਕੁਝ ਕਰਾਇਆ ਮੈਂ ਐਸਐਸਪੀ ਸਾਹਿਬ ਨੂੰ ਸਵੇਰੇ ਸੋਨਾ ਡੀਸੀ ਸਾਹਿਬ ਨੇ ਮੇਰੀ ਨੌਲੇਜ ਮੈਂ ਤੇ ਐਸਐਸਪੀ ਨੂੰ ਕਹਿਣਾ ਸਰ ਆਰਸੀਐਸ ਸਾਹਿਬ ਕਹਿ ਰਹੇ ਆ ਤੇ ਆਰਓ ਸਾਹਿਬ ਬੈਠੇ ਆ, ਉੱਥੇ ਕੋਈ ਵੀ ਸੋਸਾਇਟੀ ਜਿਹੜੀ ਨਾਮਜ਼ਦਗੀ ਦਾਖਲ ਕਰਾਉਣੀ ਨਹੀਂ। ਮੈਂ ਕਿਹਾ ਸਵੇਰੇ ਹੁਣੇ ਤੁਸੀਂ ਨਹੀਂ ਸੀ ਆਏ, ਇਹਨਾਂ ਨੂੰ ਪੁੱਛੋ ਬਾਹਰ ਜਾ ਕੇ। ਮੈਂ ਇਹਨਾਂ ਨੂੰ ਆਖਿਆ ਮੈਨੂੰ ਨਹੀਂ ਪਤਾ ਤੁਸੀਂ ਆਏ, ਮੈਨੂੰ ਨਹੀਂ ਪਤਾ ਕਿੱਥੇ ਆ। ਇਹਨਾਂ ਨੂੰ ਬਾਹਰ ਨਿਕਲ ਕੇ ਮੈਂ ਪਹਿਲਾਂ ਐਸਐਸਪੀ ਸਾਹਿਬ ਨੂੰ ਚਿੱਠੀ ਲਿਖੀ, ਇਹਨਾਂ ਦਾ ਜਵਾਬ ਆਇਆ। ਦੇਖੋ ਨਹੀਂ ਭਾਵੇਂ ਕਾਗਜ਼ ਦਾਖਲ ਨਾ ਕਰੋ, ਇਹਨੇ ਸਟੇਟਮੈਂਟ ਲਓ ਸਾਰੀ ਪ੍ਰੈਸ ਨੂੰ ਦਿਓ। ਅਸੀਂ ਉਹਨਾਂ ਦੇ ਪਰਚਾ ਕਰਾਓ ਜਿਨ੍ਹਾਂ ਨੇ ਸਾਨੂੰ ਤਾਂ ਅੰਦਰ ਨਹੀਂ ਆਉਣ ਦਿੱਤਾ ਜੀ। ਤੁਸੀਂ ਉਹਨਾਂ ਬੰਦਿਆਂ ਦੇ ਪਰਚਾ ਉਹਨਾਂ ਬੰਦਿਆਂ ਦਾ ਤੁਹਾਨੂੰ ਦੱਸੋ ਕਿਹੜੇ ਕਿਹੜੇ ਸਮੀਰ ਬਾਜੀ ਆਈ ਦੀ ਸਾਢੇ 9 ਵਜੇ ਦੀ ਟਾਈਮ ਹੈਗਾ, ਰਿਕਾਰਡ ਕਰੋ ਸਾਰੀ ਲਾਈਵ ਪਾਓ ਜੀ, ਲਾਈਵ ਪਾਓ ਇਹ ਸਾਰਾ 9:30 ਵਜੇ ਦੀ ਰਿਕਾਰਡਿੰਗ ਆ। ਆਰਓ ਸਾਹਿਬ ਕੀ ਇਹ ਗੱਲ ਸਪਸ਼ਟ ਕਰਨ ਵੀ ਅਸੀਂ 8:30 ਵਜੇ ਦੇ ਇੱਥੇ ਆ, ਸਾਨੂੰ ਕਾਗਜ਼ ਦਾਖਲ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ? ਮੈਂ ਆਪਣੇ ਆਫਿਸ ਦੇ ਵਿੱਚ 9 ਵਜੇ ਆ ਗਿਆ ਸੀ, ਆਉਂਦਿਆਂ ਸਾਰ ਹੀ ਇਹਨਾਂ ਨੇ ਮੈਨੂੰ ਬੰਦ ਕਰ ਲਿਆ ਅੰਦਰ। ਉਸੇ ਤੁਰੰਤ ਉਸੇ ਇਹਨਾਂ ਨੇ ਬੰਦ ਕੀਤਾ ਨਹੀਂ, ਉਹਨਾਂ ਬੰਦਿਆਂ ਦੇ ਨਾਂ ਲਓ ਬਾਅਦ ਪਰਚਾ ਰਜਿਸਟਰ ਕੀਤਾ। ਦੇਖੋ ਮੈਂ ਅੰਮ੍ਰਿਤਸਰ ਤੋਂ ਆਇਆ, ਕਿਹਨੇ ਬੰਦ ਕੀਤਾ? ਦੇਖੋ ਅੰਮ੍ਰਿਤਸਰ ਤੋਂ ਆ ਰਹਾ ਮੈਂ ਆਇਆ, ਠੀਕ ਹੈ। ਇੱਥੋਂ ਦਾ ਮੈਨੂੰ ਕਰਮਚਾਰੀ ਲੱਗਦਾ, ਮੈਨੂੰ ਜੋ ਪਤਾ ਲੱਗਿਆ ਵੀ ਇਹ ਕਰਮਚਾਰੀ ਆਪਣੀ ਮੰਗਾਂ ਤੇ ਬਾਹਰ ਬੈਠੇ ਹੋਏ ਨੇ, ਠੀਕ ਹੈ। ਉਸੇ ਵੇਲੇ ਤੁਰੰਤ ਮੈਂ ਐਸਐਸਪੀ ਸਾਹਿਬ ਨੂੰ ਮੈਸੇਜ ਕੀਤਾ, ਇਹ ਮੇਰੇ ਕੋਲ ਹੈ ਮੈਸੇਜ, ਹੁਣੇ ਤੁਹਾਨੂੰ ਦਿਖਾਣਾ। ਉਸੇ ਵੇਲੇ ਮੇਰੇ ਨਾਲ ਜਿਹੜਾ ਅਸਿਸਟੈਂਟ ਹੈ ਸੀ ਉਹਨੂੰ ਮੈਂ ਚਿੱਠੀ ਦੇ ਕੇ ਐਸਐਸਪੀ ਦੇ ਦਫ਼ਤਰ ਭੇਜਿਆ ਦੁਬਾਰਾ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਸਰ ਇੱਕ ਮਿੰਟ ਮੈਨੂੰ ਗੱਲ ਕਰਨ, ਉਹ ਸਿਕਿਉਰਿਟੀ ਦੇ ਕੇ ਭੇਜਿਆ। ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ, ਮੈਂ ਸਾਰੀ ਉਹਨਾਂ ਨੂੰ ਸਿਚੁਏਸ਼ਨ ਦੱਸੀ, ਮੈਂ ਤੁਹਾਨੂੰ ਹੁਣੇ ਕਾਲ ਦਿਖਾਣਾ। ਉਸ ਤੋਂ ਬਾਅਦ ਉਹ ਐਸਐਸਪੀ ਸਾਹਿਬ ਨੇ ਕਾਫੀ ਲੇਟ ਮੈਨੂੰ ਭੇਜਿਆ ਕਿ ਮੇਰੇ ਕੋਲ ਇਸ ਵੇਲੇ ਸਿਕਿਉਰਿਟੀ ਨਹੀਂ ਹੈਗੀ। ਇਹ ਐਸਐਸਪੀ ਸਾਹਿਬ ਦੀ ਮੈਨੂੰ ਚਿੱਠੀ ਆਈ। ਉਸ ਤੋਂ ਬਾਅਦ ਮੈਂ ਵਾਰ-ਵਾਰ ਬਾਹਰ ਜਾਂਦਾ ਰਿਹਾ, ਉੱਥੋਂ ਖੜੋਦਾ ਕਿਸੇ ਨੇ ਕਰੋਨੇ ਅੰਦਰ ਦਿੱਤਾ। ਮੈਂ ਖੁੱਲ੍ਹੇਗਾ ਆਪਣੇ ਆਰਸੀਐਸ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਮੈਂ ਇੱਥੇ ਇਸ ਜਗ੍ਹਾ ਤੇ ਬੈਠਾ, ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ। ਜੇ ਬਾਈ ਚਾਂਸ ਕੋਈ ਗੱਲ ਹੋ ਗਈ ਤੇ ਇਹਦਾ ਕੋਈ ਜ਼ਿੰਮੇਵਾਰ ਆਰਸੀਐਸ ਨੇ ਮੈਨੂੰ ਕਿਹਾ ਕਿ ਹੁਣੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਐਸਐਸ ਸਾਹਿਬ ਨੂੰ ਕੰਮ ਕਰਦਾ ਤੇ ਜਦੋਂ ਵੀ ਕੋਈ ਬੰਦੇ ਤੋਂ ਖੁੱਲਦਾ ਦਰਵਾਜ਼ਾ ਕਿਸੇ ਆਪਾਂ ਖੋਲ ਕੇ ਤੇ ਤੁਸੀਂ ਆਪਣੇ ਨੋਮੀਨੇਸ਼ਨ ਕਰੋ। ਧੰਨਵਾਦ ਜੀ ਆਰਓ ਸਾਹਿਬ, ਜਿਹੜੇ ਸਾਡੇ 3 ਘੰਟੇ ਲੰਘ ਗਏ ਆ ਉਹਨਾਂ 3 ਘੰਟਿਆਂ ਨੂੰ ਕਿੱਦਾਂ ਕੰਪਨਸੇਟ ਕਰਦੇ? ਉਹਦੇ ਲਈ ਦੇਖੋ ਉਹਦੇ ਲਈ ਸਟ੍ਰਾਈਕ ਸਾਨੂੰ ਸਟ੍ਰਾਈਕ ਵਾਲਿਆਂ ਦੇ ਬੰਦਿਆਂ ਦੇ ਪਰਚਾ ਰਜਿਸਟਰ ਕਰੋ, ਕਿਉਂਕਿ ਇੱਕ ਇਲੈਕਸ਼ਨ ਪ੍ਰੋਸੈਸ ਆ। ਇਸ ਇਲੈਕਸ਼ਨ ਪ੍ਰੋਸੈਸ ਨੂੰ ਕੋਈ ਬਿਲਕੁਲ ਠੀਕ ਹੈ। ਉਹਦਾ ਜਿਹੜਾ ਯੂਨੀਅਨ ਦਾ ਲੀਡਰ ਆ ਦੇਖੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦਾ। ਮੈਂ ਸਮਝ ਗਿਆ ਜੀ ਤੁਹਾਡੀ ਗੱਲ, ਮੈਂ ਇਹੀ ਤੁਹਾਡੇ ਨਾਲ ਸਹਿਮਤ ਹਾਂ। ਸਾਨੂੰ ਇਨਫੋਰਮੇਸ਼ਨ ਕਹਿੰਦੇ ਦੇਖੋ ਐਸਐਸਪੀ ਸਾਹਿਬ ਨੇ ਮੈਨੂੰ ਚਿੱਠੀ ਭੇਜੀ, ਇਹ ਚਿੱਠੀ ਪ੍ਰੈਸ ਨੂੰ ਦੇ ਦਿਓ, ਠੀਕ ਹੈ। ਲਓ ਜੀ ਪ੍ਰੈਸ ਨੂੰ। ਉਹ ਮੇਰੇ ਹੱਥ 'ਚ ਨਹੀਂ। ਤੁਸੀਂ ਇੰਜ ਕਰੋ ਸਾਰੇ ਜਣੇ, ਤੁਸੀਂ ਇੰਜ ਕਰੋ ਸਾਰੇ ਜਣੇ, ਅੱਜ ਨੋਮੀਨੇਸ਼ਨ ਪੇਪਰ ਦੇਣੇ ਆ, ਅੱਜ ਕੁਝ ਵੀ ਹੋਰ ਨਹੀਂ ਕਰਨਾ। ਕੋਈ ਟਾਈਮ ਨਹੀਂ ਲੱਗਦਾ, ਸਾਨੂੰ ਚੀਜ਼ ਦਿਓ। ਦੇਖੋ ਜੀ ਆਏ ਵੀ ਉਸੇ ਵਾਸਤੇ ਹੀ ਹੈ ਨੋਮੀਨੇਸ਼ਨ। ਕੋਈ ਵੀ ਟਾਈਮ ਆਰ ਦੇਖੋ ਆਰ ਇਹ ਲੈਣ ਵਾਸਤੇ ਕੋਈ ਟਾਈਮ ਨਹੀਂ ਲੱਗਦਾ। ਟਾਈਮ ਨਾ ਵੇਸਟ ਕਰੋ, ਨੋਮੀਨੇਸ਼ਨ
ਮੇਰੀ ਬੇਨਤੀ ਆ, ਜੇ ਆਪਾਂ 1.5 ਤੇ ਸਵਾ ਘੰਟੇ ਸਾਰਿਆਂ ਦੇ ਲੈਣੇ ਨਾ, ਦੋ ਕਰਕੇ ਆ ਜਾਓ ਸਾਰੇ ਬਾਹਰ ਚੱਲ ਜਾਓ। ਤੁਸੀਂ ਸਾਰੇ ਆਜੋ ਆਪਾਂ ਬਾਹਰ ਆ ਗਏ ਆਪਾਂ ਨਾਲ ਦੇ ਕਮਰੇ ਚ ਆ ਪਰਮਿੰਦਰ ਸਿੰਘ ਪੰਨੂ ਖੜੇ ਰਹਿਣ ਆ ਦਾਦਾ ਬੁਲਾ ਰਿਹਾ ਡੀਆਰ ਸਾਹਿਬ ਕੋਲ ਆਪਣੇ ਪੇਪਰ ਕੈਂਡੀਡੇਟ ਰਹਿ ਗਏ ਹੁਣ ਬਾਈਟ ਨਾ ਕਰੋ ਯਾਰ ਜਮਾ ਹੋਣਾ ਕਿ 8 ਨੰਬਰ ਜੋੜਨਾ ਸਰ ਮੇਰਾ। ਇੱਕ ਮਿੰਟ ਪਲੀਜ਼। ਅੱਛਾ ਇੱਕ ਮਿੰਟ ਪਲੀਜ਼ ਥੋੜਾ ਬੈਠ ਜਾਓ। ਸਤਵਿੰਦਰਪਾਲ ਸਿੰਘ ਢੱਟ, ਸਾਬਕਾ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ। ਅੱਜ ਸੈਂਟਰਲ ਕੋਆਪਰੇਟਿਵ ਬੈਂਕ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ। 16 ਤਰੀਕ ਨੂੰ ਇੱਥੇ ਮਤੇ ਜਿਹੜੇ ਲਾਸਟ ਸਭਾਵਾਂ ਨੇ ਜਮ੍ਹਾਂ ਕਰਾਉਣੇ ਸੀ, ਜਿਹੜੀਆਂ ਵੋਟਾਂ ਬਣਨੀਆਂ, ਬਹੁਤ ਵਧੀਆ ਢੰਗ ਨਾਲ ਉਦੋਂ ਤੱਕ ਇਲੈਕਸ਼ਨ ਹੋਈ ਆ। ਸਾਰੇ ਮਤੇ ਬਣ ਗਏ। ਮਤਿਆਂ ਤੋਂ ਬਾਅਦ ਬਾਹਰ ਲਿਸਟਾਂ ਲੱਗ ਗਈਆਂ। ਲਿਸਟਾਂ ਤੋਂ ਬਾਅਦ ਅੱਜ ਨੋਮੀਨੇਸ਼ਨ ਦਾ ਸਮਾਂ ਸੀਗਾ 9 ਵਜੇ ਤੋਂ ਲੈ ਕੇ 1 ਵਜੇ ਤੱਕ ਰੇਲਵੇ ਰੋਡ ਹੁਸ਼ਿਆਰਪੁਰ ਦੇ ਮੁੱਖ ਦਫ਼ਤਰ ਸੈਂਟਰਲ ਕੋਆਪਰੇਟਿਵ ਬੈਂਕ ਦੇ। ਅਸੀਂ ਜਦੋਂ 8:30 ਹੀ ਆ ਕੇ ਅਸੀਂ ਲਾਈਨਾਂ 'ਚ ਖੜ ਗਏ। ਵੱਖ-ਵੱਖ ਜ਼ੋਨਾਂ ਦੇ ਜਿਹੜੇ ਉਮੀਦਵਾਰ ਸੀ, ਮੈਂ ਖੁਦ ਤਾਂ ਇਲੈਕਸ਼ਨ ਨਹੀਂ ਲੜ ਰਿਹਾ, ਪਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਸਪੋਰਟ ਕਰਦੇ ਸੀਗੇ, ਜਿਹੜੇ ਪੁਰਾਣੇ ਵੀ ਤੇ ਨਵੇਂ ਵੀ ਬੰਦੇ ਜ਼ੋਨਾਂ 'ਚ ਆਪਣੇ ਕਲੀਅਰ ਕਰਦੇ ਆ। ਤੇ ਜਦੋਂ ਅਸੀਂ ਲਗਾਤਾਰ 9 ਵਜੇ ਤੋਂ ਅੰਦਰ ਵੜ ਕੇ ਇਹ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਆਪਣੇ ਨੋਮੀਨੇਸ਼ਨ ਪੇਪਰ ਦਾਖਲ ਕਰਾਈਏ, ਤਾਂ ਸਾਨੂੰ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਆਰਓ ਸਾਹਿਬ ਤੇ ਆਏ ਨਹੀਂ। ਮੈਂ ਮਾਨਯੋਗ ਰਜਿਸਟਰਾਰ ਕੋਆਪਰੇਟਿਵ ਸਹਿਕਾਰੀ ਸਭਾਵਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਮੈਂ ਹੁਣੇ ਹੀ ਪਤਾ ਕਰਦਾ। ਫਿਰ ਮੈਂ ਦੁਬਾਰਾ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਜੀ 10:30 ਹੋ ਗਏ, 1 ਘੰਟਾ ਹੋ ਗਿਆ। ਉਹ ਕਹਿੰਦੇ ਤੁਸੀਂ ਮੈਨੂੰ ਫੋਨ ਕਰਕੇ ਮਿਸਗਾਈਡ ਕਰ ਰਹੇ ਹੋ, ਬੰਦੇ ਤਾਂ ਸਾਡੇ ਉੱਥੇ ਬੈਠੇ ਆ। ਉਹਨੇ ਆਪਣਾ ਅੰਦਰੋਂ ਸਾਨੂੰ ਮੋਬਾਈਲ ਤੇ ਦਿੱਤੀ ਆ, ਜਦ ਕਿ ਉਹਨਾਂ ਨੇ ਮੈਨੂੰ ਮੋਬਾਈਲ ਨੰਬਰ ਵੀ ਦਿੱਤਾ। ਅਸੀਂ ਬਾਰ-ਬਾਰ ਮੋਬਾਈਲ ਟਰਾਈ ਕੀਤਾ, ਪਰ ਸਾਡੇ ਮੋਬਾਈਲ ਤੇ ਨੂੰ ਕਿਸੇ ਨੇ ਪਿਕ ਨਹੀਂ ਕੀਤਾ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿਸੇ ਸੋਰਸਿਸ ਤੋਂ ਕਿ ਉਹਨਾਂ ਨੂੰ ਸਾਬਕਾ ਚੇਅਰਮੈਨ ਬੈਂਕ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਬਿਠਾਲ ਕੇ ਤੇ ਮੋਹਰੇ ਮੁਲਾਜ਼ਮ ਸਟ੍ਰਾਈਕ ਤੇ ਬਹਿ ਕੇ ਮੁਲਾਜ਼ਮਾਂ ਨੇ ਜਿੰਦਾ ਲਾਤਾ। ਤੇ ਮੈਂ ਆ ਕੇ ਮੁਲਾਜ਼ਮਾਂ ਨੂੰ ਰਿਕੁਐਸਟ ਕੀਤੀ ਵੀ ਭਾਈ ਸਾਹਿਬ ਇਹ ਗੱਲ ਨਜਾਇਜ਼ ਆ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੇ ਸ਼ਾਬਾਸ਼ ਇਹ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਮੇਰੀ ਰਿਕੁਐਸਟ ਮੰਨਦੇ ਹੋਏ ਇਹ ਜਿਹੜਾ ਉਹਨਾਂ ਨੂੰ ਸਾਈਡ ਤੇ ਸਾਨੂੰ ਰਸਤਾ ਦੇ ਕੇ ਅੰਦਰ ਜਾਣ ਦਾ ਮੌਕਾ ਦਿੱਤਾ। ਉਹਨਾਂ ਵਿੱਚੋਂ ਬਹੁਤੇ ਮੁਲਾਜ਼ਮ ਇਗਨੋਰੈਂਟ ਸੀਗੇ। ਸ਼ਾਇਦ ਕੋਈ ਮੁਲਾਜ਼ਮਾਂ ਦੇ ਮੁੱਖ ਜਾਂ ਜਿਹੜੇ ਕੋਈ 2-3 ਸ਼ਾਸਕਰਤਾ ਹੁਣ ਜਿਨ੍ਹਾਂ ਨੇ ਇੱਥੇ ਮੁਲਾਜ਼ਮਾਂ ਨੂੰ ਲਿਆ ਕੇ ਬਿਠਾਇਆ ਉਹਨਾਂ ਨੂੰ ਪਤਾ ਹੋਊਗਾ, ਪਰ ਬਾਕੀ ਮੁਲਾਜ਼ਮਾਂ ਨੇ ਮੇਰੀ ਗੱਲ ਨਾਲ ਸਹਿਮਤ ਹੋ ਕੇ ਸਾਨੂੰ ਅੰਦਰ ਆਉਣ ਦਾ ਮੌਕਾ ਦਿੱਤਾ। ਜਦ ਸਵਾਲ ਉਹੀ ਹੈ ਕਿ ਮੁਲਾਜ਼ਮਾਂ ਨੇ ਆਪਣਾ ਧਰਨਾ ਦੇਣਾ ਸੀਗਾ, ਧਰਨਾ ਤੇ ਉਹ ਗੇਟ ਤੇ ਦੇਣਾ ਚਾਹੀਦਾ ਸੀ, ਕਿਉਂਕਿ ਇਲੈਕਸ਼ਨ ਪ੍ਰੋਗਰਾਮ ਆ ਉਹ ਬਹੁਤ ਹੀ ਸੀਰੀਅਸ ਪ੍ਰੋਗਰਾਮ ਹੁੰਦਾ। ਹਾਂਜੀ, ਉਹ ਸੀਰੀਅਸ ਪ੍ਰੋਗਰਾਮ ਹੁੰਦਾ। ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਘਨ ਪਾਉਣਾ ਉਹ ਠੀਕ ਨਹੀਂ ਆ। ਅਸੀਂ ਅੰਦਰ ਜਾ ਕੇ ਦੇਖਿਆ ਤੇ ਮੁਲਾਜ਼ਮ ਸ਼ਾਂਤੀ ਨਾਲ ਬੈਠੇ ਸੀਗੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਆ, ਤੇ ਉਹਨਾਂ ਨੇ ਪਹਿਲੀ ਸੱਟੀ ਸਗੋਂ ਮੈਨੂੰ ਆਪਣੇ ਆਰਓ ਸਾਹਿਬ ਨੇ ਕਿਹਾ ਕਿ ਸਾਨੂੰ ਤਾਂ ਇੱਥੇ ਬੰਦਕ ਬਣਾਇਆ ਹੈ ਜੀ। ਪਰ ਜਦੋਂ ਤੁਸੀਂ ਸਾਰੇ ਮੁਲਾਜ਼ਮਾਂ ਦੇ ਸਾਹਮਣੇ ਮੈਂ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ ਬੰਦਕ ਬਣਾਉਣ ਦੀ, ਤਾਂ ਹੁਣ ਤੱਕ ਭਾਵੇਂ ਉਹ ਆਪਣੇ ਉਸ ਗੱਲ ਸਪਸ਼ਟ ਕਰਨ, ਪਰ ਮੈਂ ਇਹ ਸਮਝਦਾ ਕਿ ਜਿਹੜੀਆਂ ਇਹ ਕੋਆਪਰੇਟਿਵ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਆ ਉਹ ਲੋਕਾਂ ਦੀਆਂ ਨੁਮਾਇੰਦਗੀ ਆ। ਸਾਨੂੰ ਉਮੀਦ ਨਹੀਂ ਸੀ ਜਿਹੜੀ ਨਵੀਂ ਬਣੀ ਪੰਜਾਬ ਦੀ ਸਰਕਾਰ ਕਿ ਉਹ ਇਸ ਤਰ੍ਹਾਂ ਕਿਸੇ ਦੇ ਸਾਜ਼ਿਸ਼ ਰਚ ਕੇ, ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵੱਡੀ ਸਾਜ਼ਿਸ਼ ਆ। ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗ ਜਾਊਗਾ। ਮੈਂ ਆਲਰੇਡੀ ਇਸ ਸੰਬੰਧ ਦੇ ਵਿੱਚ ਹਾਈ ਕੋਰਟ 'ਚ ਗਿਆ ਆ। ਕੱਲ ਵੀ ਡੇਟ ਸੀ, ਅੱਜ ਵੀ ਸਾਡੀ ਹਾਈ ਕੋਰਟ ਡੇਟ ਆ। ਵਕੀਲ ਸਾਹਿਬ ਜ਼ਿਆਦਾ ਦੱਸ ਸਕਦੇ ਆ ਕਿ ਇਹ ਜਿਹੜੀ ਇਲੈਕਸ਼ਨ ਆ ਸਾਨੂੰ ਪਹਿਲਾਂ ਤੋਂ ਹੀ ਖਦਸ਼ਾ ਸੀਗਾ ਕਿ, ਔਰ ਮੈਨੂੰ ਇਹ ਗੱਲ ਮੁੱਕੀ ਨਹੀਂ ਆ। ਅੱਜ ਕਾਗਜ਼ ਦਾਖਲ ਹੋਏ ਆ, ਸਾਨੂੰ ਉਮੀਦ ਆ ਕਿ ਸਾਡੇ ਬੰਦਿਆਂ ਦੇ ਕੱਲ ਜਾਂ ਪਰਸੋਂ ਤੱਕ ਇਹਨਾਂ ਨੇ ਕਾਗਜ਼ ਵੀ ਰਿਜੈਕਟ ਕਰ ਦੇਣੇ ਆ, ਜਦ ਕਿ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਤੇ ਸਰਕਾਰੀ ਤੇ ਰਲੇ ਬੰਦੇ ਉਹਨਾਂ ਨੇ ਚੱਕ ਕੇ ਇਦਾਂ ਹੀ ਮੈਂਬਰ ਬਣਾਏ ਆ। ਸਿਕਿਉਰਿਟੀ ਪਰਪਸ ਦੀ ਗੱਲ ਕਰੀਏ, ਆਪਾਂ ਦੇਖਦੇ ਆ ਕਿ ਜਦੋਂ ਆਮ ਤੌਰ ਤੇ ਕੁਝ ਵੀ ਹੁੰਦਾ ਫਲੈਗ ਮਾਰਚ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ, ਚਲੋ ਇਹ ਛੋਟੀਆਂ ਚੋਣਾਂ ਪਰ ਲੱਗਦਾ ਨਹੀਂ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੋਈ 2 4 5 7 ਮੁਲਾਜ਼ਮ ਇੱਥੇ ਪਹਿਲੇ ਜਿਹੜੇ ਆਰਓ ਸਾਹਿਬ ਨੂੰ ਜਿਹੜੇ ਇੱਥੇ ਐਡਵਰਟ ਕਰਨੇ ਚਾਹੀਦੇ ਸਰ। ਇਹ ਚੋਰ ਦਰਵਾਜ਼ੇ ਰਾਹੀਂ ਗਲਤ ਬੰਦਿਆਂ ਦਾ ਜਿਹੜਾ ਕਬਜ਼ਾ ਕਰਾਉਣ ਦਾ ਇਹ ਯਤਨ ਕੀਤਾ ਗਿਆ ਬੈਂਕ ਦੇ ਵਿੱਚ। ਜਿਹੜੇ ਲੋਕ ਪੁਰਾਣੇ ਟਰੂ ਕੋਆਪਰੇਟਰ ਆ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਇਹ ਸਾਜ਼ਿਸ਼ ਰਚੀ ਗਈ ਆ। ਆਉਣ ਵਾਲੇ ਦਿਨਾਂ 'ਚ ਆਪਾਂ ਹਾਈ ਕੋਰਟ ਦੇ ਵਿੱਚ ਜਾ ਕੇ ਇਹਦੇ ਸੰਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਸਾਹਿਬ ਤੋਂ ਵਕੀਲ ਸਾਹਿਬ ਨਾਲ ਜਾ ਕੇ ਹੋਰ ਸਾਰੇ ਆਪਾਂ ਉਹਨਾਂ ਦੇ ਧਿਆਨ 'ਚ ਸਾਰੀ ਗੱਲ ਲਿਆਵਾਂਗੇ, ਜੋ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਮੈਨੂੰ ਇਹ ਤੋਂ ਪ੍ਰੈਸ ਦੀ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਹੁਣ ਇਸ ਤੋਂ ਬਾਅਦ ਇਹਨਾਂ ਕਾਗਜ਼ਾਂ ਦੀ ਸਕਰੂਟਨਿੰਗ ਆ 3 ਵਜੇ।
ਉਦੋਂ ਬਾਅਦ ਫਿਰ ਇਹਨਾਂ ਨੇ ਆਬਜੈਕਸ਼ਨਸ ਲੱਗਣੇ ਆ 22 ਤਰੀਕ ਨੂੰ ਇਤਰਾਜ਼ਾਂ ਦੀ ਸੁਣਵਾਈ ਆ। ਤੁਸੀਂ ਉਦੋਂ ਵੀ ਇਦਾਂ ਹੀ ਸਾਥ ਦਿਓ। ਸਾਨੂੰ ਲੱਗਦਾ ਕਿ ਸਾਡੇ ਨਾਲ ਧੱਕੇਸ਼ਾਹੀ ਹੋਊਗੀ। ਸਾਡਾ ਮੀਡੀਆ ਜਿਹੜਾ ਇੱਕ ਚੌਥਾ ਪਿੱਲਰ ਆ, ਸਤੰਭ ਆ ਜਿਹੜਾ ਆਪਣੇ ਸਾਡੇ ਜਿਹੜੀ ਡੈਮੋਕ੍ਰੇਸੀ ਆ, ਉਹਦਾ ਉਮੀਦ ਆ ਕਿ ਤੁਸੀਂ ਸਾਡਾ ਸਾਥ ਦਿਓਗੇ ਔਰ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ। ਤੁਸੀਂ ਮੰਗ ਕੀ ਕਰਦੇ ਹੋ ਜਿਹੜੀ 3 ਘੰਟੇ ਇਹਨਾਂ ਧਰਨਾਕਾਰੀਆਂ ਦੀ ਵਜ੍ਹਾ ਦੇ ਨਾਲ VOTING ਪ੍ਰਕਿਰਿਆ ਸ਼ੁਰੂ ਹੋਈ ਲੇਟ, ਹਾਂਜੀ। ਕਿ ਸਰਕਾਰ ਨੂੰ RO ਸਾਹਿਬ ਨੂੰ ਕੋਈ ਪਰਚਾ ਦਰਜ ਕਰਵਾਉਣਾ ਚਾਹੀਦਾ ਇਸ ਜ਼ਰੂਰ। ਇਹਦਾ ਇਹ RO ਸਾਹਿਬ ਮਾਨਯੋਗ ਇੱਥੇ ਦੇ ਤੇ ਇੱਥੇ ਦੀ ਯੂਨੀਅਨ ਇਹ ਸਪਸ਼ਟ ਕਰੇ ਵੀ ਜਿਹੜੇ 3 ਘੰਟੇ ਸਾਡੀ ਜਿਹੜੀ ਇਹ ਡਿਲੇ ਹੋਈ ਆ 4 ਘੰਟੇ 3.5 ਘੰਟੇ, ਤੇ ਉਹਦਾ ਕੀ ਮਤਲਬ, ਉਹਦੇ 'ਚ ਬਹੁਤ ਸਾਰੇ ਬੰਦੇ ਰਹਿ ਗਏ ਹੋਣਗੇ ਨੋਮੀਨੇਸ਼ਨ ਭਰਨ ਤੋਂ, ਤੇ ਜਾਂ ਹੋਰ ਬੰਦੇ ਉਹਨਾਂ ਨੂੰ ਕਿਵੇਂ ਕੰਪਨਸੇਟ ਕਰਦੇ ਆ, ਇਹ ਤਾਂ ਇਹਨਾਂ ਨੂੰ ਇਹੋ ਜਵਾਬ ਦੇ। ਆਖਰੀ ਸਵਾਲ ਆ, ਪਹਿਲਾਂ ਜਦੋਂ ਮੀਡੀਆ ਨਾਲ ਤੁਸੀਂ ਅੰਦਰ ਜਾਂਦੇ ਹੋ ਤਾਂ RO ਸਾਹਿਬ ਵੱਲੋਂ ਕਿਹਾ ਜਾਂਦਾ ਸਿੱਧਾ ਤੌਰ ਤੇ ਕਿ ਮੈਨੂੰ ਬੰਦਕ ਬਣਾਇਆ ਜਾਂਦਾ, ਦੁਬਾਰਾ ਮੀਡੀਆ ਨਾਲ ਗੱਲਬਾਤ ਕੀਤੀ ਉਹ ਮੁੱਕਰਦੇ ਕਹਿੰਦੇ ਮੈਨੂੰ ਬੰਦਕ ਨਹੀਂ ਬਣਿਆ। ਚਲੋ ਜੀ, ਉਹ ਦੱਸਣਗੇ। ਮੀਡੀਆ ਸਾਰਾ ਸੱਚਾਈ ਜਾਣਦਾ, ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ, ਤੁਸੀਂ ਆਪ ਤੇ। ਥੈਂਕ ਯੂ। ਹਾਂਜੀ ਪ੍ਰਧਾਨ ਜੀ, ਤੁਹਾਡੇ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਕੀ ਕਾਰਨ ਹੋ ਗਿਆ? ਸਾਡਾ 6ਵਾਂ ਪੇ ਕਮਿਸ਼ਨ ਹੈ ਜੀ, ਪੰਜਾਬ ਸਾਡੀ ਫੈਡਰੇਸ਼ਨ ਵੱਲੋਂ ਧਰਨਾ ਦਾ ਹੁਸ਼ਿਆਰਪੁਰ ਸੈਂਟਰ ਕੋਆਪਰੇਟਿਵ ਬੈਂਕ EMPLOYEES ਯੂਨੀਅਨ, ਤੇ 3 ਦਿਨ ਤੋਂ ਸਾਡਾ ਕਲਮ ਛੋੜ ਚੱਲਦਾ ਪਿਆ ਜੀ। ਸਾਨੂੰ ਆਸ ਸੀਗੀ ਕਿ 3 ਦਿਨ ਤੋਂ ਸਾਨੂੰ ਕੋਈ ਕਾਲ ਆਊਗੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਰਜਿਸਟਰਾਰ ਸਾਹਿਬ ਵੱਲੋਂ ਸਾਨੂੰ ਬੁਲਾਇਆ ਜਾਊਗਾ, ਪਰ ਸਾਨੂੰ ਕੋਈ ਨਹੀਂ ਆਈ। ਅਸੀਂ ਆਪਣਾ ਪ੍ਰਦਰਸ਼ਨ ਸਵੇਰੇ ਧਰਨੇ ਦਾ ਸ਼ੁਰੂ ਕੀਤਾ ਜੀ। DR ਸਾਹਿਬ ਕਹਿੰਦੇ ਅੱਜ ਇਲੈਕਸ਼ਨ ਕਾਹਦੀ ਚੱਲਦੀ ਪਈ ਇੱਥੇ? ਉਹਦੇ ਬਾਰੇ ਜਿਹੜੀ ਬੋਰਡ ਦੀ ਚੱਲਦੀ ਪਈ ਆ ਜੀ, ਉਹ ਮੈਨੇਜਮੈਂਟ ਨੂੰ ਜੀ ਉਹਨਾਂ ਦਾ। ਇੱਕ ਮਿੰਟ ਮੇਰਾ ਸਵਾਲ ਸਰ, ਜਿਹੜੇ ਰਿਟਰਨਿੰਗ ਅਫਸਰ ਆਏ ਨੇ ਭੁਪਿੰਦਰ ਸਿੰਘ ਜੀ, ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਯੂਨੀਅਨ ਉਹਨਾਂ ਨੂੰ ਐਂਟਰ ਤਾਂ ਨਹੀਂ ਦਿੱਤਾ ਗਿਆ। ਗੱਲ ਸੁਣ ਲਓ ਪਹਿਲਾਂ ਪੂਰੀ। ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੈਨੂੰ ਬੈਂਕ ਕਰਮਚਾਰੀਆਂ ਨੇ ਬੰਦਕ ਬਣਾ ਕੇ ਅੰਦਰ ਜਿੰਦਾ ਲਗਾ ਕੇ ਹੋੜਿਆ, ਤੇ ਮੈਂ SSP ਨੂੰ ਕੰਪਲੇਂਟ ਵੀ ਕੀਤੀ ਹੈ। ਅਸੀਂ ਗੇਟ ਵਿੱਚ ਆਏ ਸੀ, ਉਹਨਾਂ ਨੂੰ ਅੰਦਰ ਵੜਨ ਤੋਂ ਰੋਕਿਆ ਗਿਆ। ਸਾਨੂੰ ਉਸ ਤੋਂ ਬਾਅਦ ਨਹੀਂ ਪਤਾ ਉਹ ਬਾਹਰ ਚਲੇ ਗਏ ਸੀਗੇ। ਉਹ ਅੰਦਰ ਫਿਰ ਕਿੱਦਾਂ? ਸਪਸ਼ਟ ਲਫ਼ਜ਼ਾਂ 'ਚ ਕਿਹਾ ਗਿਆ ਕਿ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ। ਪਹਿਲਾਂ ਅਸੀਂ ਹਾਂਜੀ ਉਹਨਾਂ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਮੁਲਾਜ਼ਮਾਂ ਵੱਲੋਂ ਜਿਹੜੇ ਧਰਨਾ ਦੇ ਰਿਹਾ ਮੈਨੂੰ ਬੰਦਕ ਬਣਾਇਆ ਗਿਆ ਇਹਨਾਂ ਵੱਲੋਂ। ਬੰਦਕ ਦਾ ਸਾਡਾ ਕੋਈ ਨਹੀਂ ਹੈ ਜੀ। ਉਹਨਾਂ ਨੂੰ ਐਂਟਰ ਕਰਨ ਤੋਂ ਰੋਕਿਆ ਗਿਆ। ਆਪਣੀ ਉਹਨਾਂ ਨੇ ਸਾਨੂੰ ਡਿਮਾਂਡ ਪੁੱਛੀ, ਅਸੀਂ ਡਿਮਾਂਡ ਦੱਸੀ ਉਹਨਾਂ ਨੂੰ ਕਿ ਸਾਡੀ 6ਵੇਂ ਪੇ ਕਮਿਸ਼ਨ ਦਾ, ਕਿਉਂਕਿ ਸਾਡਾ ਜੋ ਸਟੈਪ ਐਜ਼ ਏ ਰਜਿਸਟਰਾਰ ਤੋਂ ਅਪਰੂਵ ਹੋਣਾ, ਉਹ ਲੈਟਰ ਹੌਲੀ ਹੌਲੀ ਚੱਲ ਰਹੀ ਹੈ ਕਿ ਲਾਊਡ ਕਰਾ ਦਿਓ। ਕੈਮਰੇ ਤੇ ਵੀ ਕਿਹਾ ਸੀ ਅੰਦਰ ਨਹੀਂ ਬੈਠੇ ਰਿਟਰਨਿੰਗ ਅਫਸਰ ਸਾਹਿਬ। ਨਹੀਂ, ਸਾਨੂੰ ਨਹੀਂ ਪਤਾ, ਮੈਂ ਕਿਹਾ ਆ। ਤੁਸੀਂ ਇਹ ਕਿਹਾ ਸੀ ਅੰਦਰ ਨਹੀਂ ਹੈ, ਚੈੱਕ ਕਰ ਸਕਦੇ ਆ। ਤੇ ਮੀਡੀਆ ਮੈਂ ਤਾਂ ਜੇ ਚੀਜ਼ ਹੁੰਦੀ ਤਾਂ ਮੈਂ ਤੁਹਾਨੂੰ ਕੱਲ ਹੀ ਕਹਿੰਦਾ। ਮੀਡੀਆ ਨੂੰ ਚੈੱਕ ਕਰਨ ਗਏ, ਰੋਕਿਆ ਜਾ ਰਿਹਾ ਤੁਹਾਡੇ ਮੁਲਾਜ਼ਮ? ਸਾਡੇ ਚੋਂ ਕਿਸੇ ਨੇ ਨਹੀਂ ਰੋਕਿਆ। ਕਿਹਨੇ ਰੋਕਿਆ ਜੀ? ਤੁਹਾਡੇ ਮੈਡਮਾਂ ਬੈਠੇ ਤੇ ਮੋਰੇ ਉਹਨਾਂ ਨੇ ਰੋਕਿਆ। ਸਾਡੇ ਵੱਲੋਂ ਕਿਸੇ ਨੇ ਰੋਕਿਆ ਗਿਆ। ਅਸੀਂ ਤਾਂ ਸ਼ਾਂਤੀਪੂਰਵਕ ਧਰਨਾ ਲਾਇਆ ਹੈ ਜੀ। ਅਸੀਂ ਜੇ ਉਹ ਵਿਦਰੋਹ ਕਰ ਰਹੇ ਹਾਂ, 6ਵੇਂ ਪੇ ਕਮਿਸ਼ਨ ਦੀ ਡਿਮਾਂਡ ਕਰ ਰਹੇ ਹਾਂ, ਪੰਜਾਬ ਸਰਕਾਰ ਦਾ ਵਿਦਰੋਹ ਕਰ ਪਰ ਰਹੇ ਹਾਂ। DR ਸਾਹਿਬ ਤਾਂ ਤੁਹਾਡੀਆਂ ਮੰਗਾਂ ਨਾਲ ਲੈਣਾ ਦੇਣਾ ਥੋੜੀ ਕੁਝ ਹੁੰਦਾ, ਇੱਕ ਚੋਣ ਦੀ ਪ੍ਰਕਿਰਿਆ ਲਈ ਆਏ ਸੀ। ਨੁਮਾਇੰਦਾ ਸਰਕਾਰ ਤੋਂ ਭੇਜਿਆ ਜਾਂਦਾ ਹੁੰਦਾ ਜੀ, ਉਹ ਆਪੇ ਥੋੜਾ ਉੱਠ ਕੇ ਆ ਗਏ ਆ ਜੀ। ਸਾਡਾ ਕੋਈ ਨਹੀਂ ਬਣਾਇਆ ਗਿਆ ਬੰਦਕ। ਉਹ ਕਹਿੰਦੇ ਆ ਕਿ SSP ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਪ੍ਰੋਟੈਕਸ਼ਨ ਲਈ SSP ਸਾਹਿਬ ਵੱਲੋਂ ਉਹ ਦੇਖੋ ਜੀ, ਉਹਨਾਂ ਦਾ ਪ੍ਰੋਸੈਸ ਹੈ ਜੀ। ਜਵਾਬ ਆਇਆ ਕੁਛ, ਠੀਕ ਹੈ। ਉੱਥੇ ਵੀ ਇਹ ਵੀ ਮੰਗ ਉੱਠੀ ਆ ਕਿ ਜਿਹੜੇ ਧਰਨਾ ਦੇ ਰਹੇ ਆ ਤੁਸੀਂ, ਤੁਹਾਡੀ ਯੂਨੀਅਨ ਜਿਹੜੀ, ਉਹ ਤੇ ਪਰਚਾ ਦਰਜ ਕੀਤਾ ਜਾਵੇ। ਜੇ ਪਰਚਾ ਦਰਜ ਹੁੰਦਾ ਤਾਂ ਪੰਜਾਬ ਤੇ ਕਰ ਦੋ ਫੇਰ ਤਾਂ ਜੀ, ਸਾਰੇ ਪੰਜਾਬ ਤੇ ਕਰ ਦੋ। 3-4 ਹਜ਼ਾਰ ਸਾਡਾ ਮੁਲਾਜ਼ਮ ਹੈਗਾ। ਨਹੀਂ, ਮੈਂ ਉਹੀ ਹੈ ਜੀ, ਡਿਮਾਂਡ ਤੇ ਅਸੀਂ ਬੈਠੇ ਹੋਏ ਹਾਂ। ਜਿੱਥੇ ਮਤਲਬ ਸਾਡੇ ਵੱਲੋਂ ਕੋਈ ਬੰਦਕ ਨਹੀਂ ਬੁਲਾਇਆ ਗਿਆ ਜੀ ਉਹਨਾਂ ਨੂੰ। ਇੱਕ ਰਸਤਾ ਰੋਕਣ ਦਾ ਸਾਡੇ ਨਾਲ ਕੋਈ ਮੁਲਾਜ਼ਮ ਦਾ ਲੈਣਾ ਦੇਣਾ, ਇਹ ਤਾਂ ਮੁਲਾਜ਼ਮ ਹੀ ਆ ਜੀ ਬੈਂਕ ਤੇ, ਅਸੀਂ ਕੀ ਲੈਣਾ ਦੇਣਾ ਇਹਨਾਂ ਤੋਂ। ਸਰ, ਇਲੈਕਸ਼ਨ ਪ੍ਰੋਸੈਸ ਹੁੰਦਾ, ਤੁਹਾਨੂੰ ਪਤਾ ਹੋਣਾ, ਤੁਸੀਂ ਵੀ ਡਿਊਟੀਆਂ ਕਰਦੇ ਹੋਵੋਗੇ। RO ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਤੁਸੀਂ RO ਨੂੰ ਇੱਕ ਡੱਕਿਆ ਜਾਣ ਤੋਂ ਇਲੈਕਸ਼ਨ ਪ੍ਰਕਿਰਿਆ ਤੁਸੀਂ ਪ੍ਰੂਫ ਕਰੋ ਜੀ, ਸਾਡੇ ਵੱਲੋਂ ਕਿਸੇ ਨੇ ਨਹੀਂ ਡੱਕਿਆ। ਨਹੀਂ, ਸਾਡੇ ਵੱਲੋਂ ਨਹੀਂ ਡੱਕਿਆ ਗਿਆ। ਸਾਡੇ ਵੱਲੋਂ ਡੱਕਾ ਨਹੀਂ, ਅੰਦਰ ਵੜਨ ਤੋਂ ਰੋਕਿਆ ਗਿਆ। ਉਹਨਾਂ ਨੂੰ ਡਿਮਾਂਡ ਸਰ, ਸਾਨੂੰ ਤੁਸੀਂ ਕਿੱਦਾਂ ਆ ਗਏ ਸਾਨੂੰ ਦੱਸੋ। ਦਰਵਾਜ਼ਾ ਖਲਵਾ, ਉਹ ਵੀ ਦਰਵਾਜ਼ੇ ਦੇ, ਪਰ ਸਾਨੂੰ ਕੀ ਪਤਾ ਕਿੱਦਾਂ ਆਏ ਆ। ਤੁਸੀਂ ਮੈਨੂੰ ਮਿਲ ਕੇ, ਮੈਂ ਤੁਹਾਨੂੰ ਰੋਕਿਆ ਭਾਈ ਸਾਹਿਬ, ਤੁਹਾਨੂੰ ਰੋਕਿਆ, ਮੈਂ ਰੋਕਿਆ ਮੇਰੇ ਵੱਲੋਂ। ਹੁਣ ਕੀ ਪਤਾ ਕਿਹੜੇ ਮੁਲਾਜ਼ਮ ਹੋਣਗੇ, ਮੈਂ ਤਾਂ ਨਹੀਂ ਰੋਕਿਆ। ਜਿੰਨੇ ਧਰਨੇ ਦੇਖੇ ਗਏ ਆ ਉਹ ਹੁੰਦੇ ਆ ਪਬਲਿਕ ਪਲੇਸ ਤੇ ਬਾਹਰਲੀ ਸਾਈਡ ਬਾਹਰ ਬੈਠੇ ਸੀਗੇ। AC ਦੇ ਵਿੱਚ ਪਹਿਲਾ ਧਰਨਾ ਦੇਖਿਆ ਗਿਆ, ਕੀ ਕਹਿਣਾ ਇਹਦੇ ਬਾਰੇ? AC ਵਿੱਚ ਧਰਨਾ ਦਿੱਤਾ, ਉਹ ਤਾਂ ਗਰਮੀ ਕਰਕੇ ਅੰਦਰ ਆ ਗਿਆ ਜੀ। ਬੈਠ ਕੇ ਪ੍ਰੋਡਕਸ਼ਨ ਵਿੱਚ ਪਹਿਲਾਂ ਬਾਹਰ ਹੀ ਬੈਠੇ ਹੋਏ ਆ ਸਵੇਰ ਦੇ, ਉੱਥੇ ਰੋਕਿਆ ਗਿਆ। RO ਸਾਹਿਬ ਬਾਹਰ ਚਲ ਗਿਆ, ਸਾਨੂੰ ਨਹੀਂ ਪਤਾ। ਤੁਹਾਡੀ ਹੜਤਾਲ ਸੀਗੀ, ਪਰ ਅੰਦਰੋਂ ਜਿੰਦਾ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਸੀ। ਜਿੰਦਾ ਸਾਡੇ ਵੱਲੋਂ ਤਾਂ ਬਿਲਕੁਲ ਆ ਗਿਆ। ਕੈਮਰੇ ਸਾਡੇ ਕੋਲ ਕੈਮਰਾ ਤਾਂ ਨਹੀਂ ਝੂਠ ਬੋਲ ਰਿਹਾ ਜੀ, ਅਸੀਂ ਬੋਲ ਸਕਦੇ, ਕੈਮਰਾ ਤਾਂ ਨਹੀਂ ਬੋਲ ਰਿਹਾ। ਸਵਾਲ ਇਹੀ ਆ ਕਿ ਧਰਨੇ ਅਕਸਰ ਜਿਹੜੇ ਹੈਗੇ ਆ ਉਹ ਬਾਹਰ ਦਿੱਤੇ ਜਾਂਦੇ ਆ। ਬਿਲਕੁਲ ਸਹੀ ਹੈ ਜੀ। ਅੰਦਰ ਜਿੱਦਾਂ ਸ਼ਾਇਦ ਤੁਹਾਡਾ ਇਹ ਵੇਟਿੰਗ ਹਾਲ ਆ ਜਾਂ ਕੀ ਹੈਗਾ ਆ, ਇੱਥੇ ਇਹ ਤਾਂ ਯੂਜ਼ ਹੀ ਨਹੀਂ ਆ ਰਿਹਾ ਜੀ। ਸਾਡਾ ਵੈਸੇ ਰੂਮ ਆ, ਕੋਈ ਯੂਜ਼ ਨਹੀਂ ਆ ਰਿਹਾ। ਅੰਦਰੋਂ ਨਹੀਂ ਦਿੱਤਾ। ਬੜੀ ਠੰਡੇ ਵਾਲਾ ਬੜਾ ਵਧੀਆ ਮਾਹੌਲ ਆ। ਦੇਖੋ ਸਰ, ਤੁਸੀਂ ਆਏ ਲੇਟ, ਜੇ ਸਵੇਰੇ ਆਂਦੇ ਸਾਰੇ ਬਾਹਰ ਹੀ ਬੈਠੇ ਹੋਏ ਸੀਗੇ। ਅਸੀਂ 2-2.5 ਘੰਟੇ ਬਾਹਰ ਹੀ ਬੈਠੇ ਰਹੇ ਆ। ਗੱਦੇ ਚਾਦਰਾਂ ਬਾਹਰ ਦੇਖੀਆਂ, ਧਰਨੇ ਦਾ ਮਤਲਬ ਬਾਹਰ ਦੇਖਿਆ। 9 ਤੋਂ 5 ਧਰਨਾ ਤਾਂ 9 ਤੋਂ 5 ਬਾਹਰ ਹੀ ਬਹਿਣਾ ਜੀ। ਇਹ ਥੋੜੀ 2 ਘੰਟੇ ਬਾਹਰ ਬਹਿ ਕੇ ਬਾਕੀ ਨਹੀਂ, ਕਲਮ ਛੋੜਿਆ ਜੀ, ਕਲਮ ਛੋੜਿਆ ਸਾਡੀ, ਕਲਮ ਛੋੜਿਆ। ਜਿੰਦਾ ਸਾਡੇ ਵੱਲੋਂ ਨਹੀਂ ਇਸ ਹਿਸਾਬ ਨਾਲ ਲਾਇਆ ਗਿਆ, ਸਾਡੀ ਕਲਮ ਛੋੜ ਚੱਲਦੀ ਲਗਾਇਆ ਗਿਆ ਅੰਦਰੋਂ ਬੈਂਕ ਨੂੰ।
ਜੀ ਸਰ ਕੀ ਨਾਮ ਹੈ ਤੁਹਾਡਾ? ਹਾਂ, ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਮੈਂ ਅੰਮ੍ਰਿਤਸਰ ਤੋਂ ਹਾਂ, ਡਿਪਟੀ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਅੰਮ੍ਰਿਤਸਰ। ਅੱਜ ਤੁਹਾਡੀ ਇੱਥੇ ਕਾਰੀ ਡਿਊਟੀ ਸੀ ਸਰ? ਅੱਜ ਮੇਰੀ ਰਿਟਰਨਿੰਗ ਅਫਸਰ ਦੀ ਇੱਥੇ ਬੈਂਕ ਦੀ ਇਲੈਕਸ਼ਨ ਹੈ, ਸੈਂਟਰਲ ਕੋਆਪਰੇਟਿਵ ਬੈਂਕ ਸਾਡਾ, ਉਹਦੇ 'ਚ ਮੇਰੀ ਰਿਟਰਨਿੰਗ ਅਫਸਰ ਦੀ ਡਿਊਟੀ। ਉਹਦੀ ਟਾਈਮਿੰਗ ਕੀ ਸੀ ਸਰ? ਉਹਦੀ ਟਾਈਮਿੰਗ 9:30 ਤੋਂ ਲੈ ਕੇ 1 ਵਜੇ ਤੱਕ ਨੋਮੀਨੇਸ਼ਨ ਪੇਪਰ ਲੈਣ ਦੀ ਸੀ। ਲੇਟ ਪ੍ਰਕਿਰਿਆ ਸ਼ੁਰੂ ਹੋਈ, ਕੀ ਕਾਰਨ ਹੋ ਗਿਆ? ਉਸ ਦਾ ਕਾਰਨ ਇਹ ਸੀ ਕਿ ਅਸੀਂ ਆਪਣੇ ਟਾਈਮ ਸਿਰ 9 ਵਜੇ ਬੈਂਕ ਦੇ ਅੰਦਰ ਆ ਗਏ ਸੀ। ਜਦੋਂ ਮੈਂ ਅੰਦਰ ਆਇਆ ਉਸੇ ਵੇਲੇ ਇਹਨਾਂ ਨੇ, ਮੈਨੂੰ ਨਹੀਂ ਪਤਾ ਇਹ ਪਹਿਲਾਂ ਬਾਅਦ 'ਚ ਪਤਾ ਲੱਗਿਆ ਵੀ ਕਰਮਚਾਰੀ ਕੋ ਆਪਣੀਆਂ ਮੰਗਾਂ ਸਰਕਾਰ ਕੋਲੋਂ ਮੰਗ ਰਹੇ ਨੇ। ਕੁਝ ਉਹ ਸ਼ਾਮਲ ਸੀ, ਕੁਝ ਜਨਰਲ ਪਬਲਿਕ ਸੀ, ਮੈਨੂੰ ਜੋ ਪਤਾ ਲੱਗਿਆ। ਤੇ ਇਹਨਾਂ ਨੇ ਬਾਹਰੋਂ ਗੇਟ ਮਾਰ ਦਿੱਤਾ ਤੇ ਸਾਨੂੰ ਆਪਣੀ ਕਾਰਵਾਈ ਤੋਂ ਰੋਕ ਲਿਆ। ਹਾਊਸ ਅਰੈਸਟ ਇੱਥੇ ਕੀਤਾ, ਇਹਨਾਂ ਬੰਦਕ ਬਣਾ ਲਿਆ ਤੁਹਾਨੂੰ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਜਦੋਂ ਸਟ੍ਰਾਈਕ ਕਰਦੇ ਆ ਆਪਣੀ ਤਰ੍ਹਾਂ ਦੀ ਮੰਗਾਂ ਦੀਆਂ ਤੇ ਉਹਨਾਂ ਨੂੰ ਬੈਂਕ ਬੰਦ ਉਹਨਾਂ ਨੇ ਕੀਤਾ ਸੀ ਤੇ ਮੈਂ ਅੰਦਰੋਂ ਬੰਦ ਸੀ। ਇਹਨਾਂ ਦੀਆਂ ਮੰਗਾਂ ਲਈ ਧਰਨਾ ਇਹਦੇ ਲਈ ਮੈਂ ਨਹੀਂ ਕਹਿ ਸਕਦਾ ਕੁਝ ਵੀ। ਇਹਦੇ ਲਈ ਮੈਂ ਐਸਐਸਪੀ ਸਾਹਿਬ ਨੂੰ ਲਿਖਿਆ ਸੀ। ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਦੱਸਿਆ ਗਿਆ ਵਾ ਸਾਨੂੰ ਵੀ ਸਿਕਿਉਰਿਟੀ ਫੋਰਸ ਨਹੀਂ ਆਈ। ਠੀਕ ਹੈ, ਕਾਰਨ ਕਿਸੇ ਸਿਕਿਉਰਿਟੀ ਮੰਗਣ ਦਾ ਸਰ? ਸਿਕਿਉਰਿਟੀ ਕਰਨ ਦਾ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ, ਦੋ ਪਾਰਟੀ ਜਾਂ ਤਿੰਨ ਚਾਰ ਆਪੋਜ਼ਿਟ ਹੁੰਦੀਆਂ ਤੇ ਸਾਨੂੰ ਇਹ ਹੁੰਦਾ ਵੀ ਕਿਤੇ ਕੋਈ ਝਗੜਾ ਨਾ ਹੋ ਜੇ ਤੇ ਅਸੀਂ ਸਿਕਿਉਰਿਟੀ ਮੰਗਦੇ ਹਾਂ। ਉਹ ਪਹਿਲਾਂ ਮੰਗ ਲਿਆ ਬੈਂਕ ਨੇ, ਉਹ ਦਿੱਤੀ ਹੋਈ ਲੈਟਰ ਦਿੱਤੀ ਹੋਈ ਸੀ ਉਹਨਾਂ ਨੂੰ ਤੇ ਫਿਰ ਵੀ ਮੈਂ ਦੁਬਾਰਾ ਆ ਕੇ ਦਿੱਤੀ ਲੈਟਰ ਆਪਣੇ। ਹਾਂਜੀ, ਜਵਾਬ ਉਹਨਾਂ ਦਾ ਆਇਆ ਸੀ ਕਿ ਉਹ ਜਨਮ ਅਸ਼ਟਮੀ ਦੇ ਕਾਰਨ ਕਰਕੇ ਜਿਹੜੀ ਮੌਕੇ ਦੇ ਉੱਤੇ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਤੁਸੀਂ ਆਪਣਾ ਇਲੈਕਸ਼ਨ ਪ੍ਰੋਸੀਜਰ ਜਿਹੜਾ ਆਪਣੇ ਫੋਲੋ ਕਰੋ। ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਆਰਓ ਸਾਹਿਬ ਫੋਨ ਵੀ ਨਹੀਂ ਚੱਕ ਰਹੇ ਤੇ ਲਗਾਤਾਰ ਇਹੀ ਕਹਿ ਰਿਹਾ ਕਿ ਮੈਂ ਤਾਂ ਅੰਮ੍ਰਿਤਸਰ ਬੈਠਾ ਕਿ ਜਦੋਂ ਢਾਡ ਸਾਹਿਬ ਸਾਬਕਾ ਚੇਅਰਮੈਨ ਜਾਂ ਡਾਇਰੈਕਟਰ ਇੱਥੇ ਆਉਂਦੇ ਉਹਨਾਂ ਵੱਲੋਂ ਤੁਹਾਨੂੰ ਦੇਖਿਆ ਗਿਆ। ਮੈਂ ਸਵੇਰ ਦਾ ਕੋਈ ਵੀ ਫੋਨ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਿਸ ਕਾਲ ਨਹੀਂ ਹੈ ਕਿਸੇ ਕਿਸਮ ਦਾ ਵੀ। ਮੈਂ ਆਪਣੀ ਡਿਊਟੀ ਟਾਈਮ ਸਿਰ ਕਰਨ ਆਇਆ। ਟਾਈਮ ਸਿਰ ਮੈਂ ਲੋਕਲ ਜਿਹੜੀ ਅਥਾਰਟੀ ਹੈ ਜਿਹੜੀ ਜੇ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਸੂਚਿਤ ਕੀਤਾ। ਮੀਡੀਆ ਵੀ ਇੱਥੇ ਪਹੁੰਚਿਆ ਤਾਂ ਬਾਹਰੋਂ ਜਿੰਦਾ ਲੱਗਾ ਹੋਇਆ ਸੀਗਾ, ਕਈ ਬੈਂਕ ਮੁਲਾਜ਼ਮਾਂ ਨੇ ਤੁਹਾਨੂੰ ਅੰਦਰ ਵਾੜ ਕੇ ਜਿੰਦਾ ਲਗਾਤਾ ਸੀ ਬਾਹਰੋਂ? ਹਾਂ, ਮੈਨੂੰ ਪਤਾ ਹੀ ਨਹੀਂ ਲੱਗਾ। ਮੈਂ ਜਦੋਂ ਆਪਣੀ ਡਿਊਟੀ, ਮੈਂ ਤਾਂ ਟਾਈਮ ਸਿਰ ਹੋਣਾ ਸੀ ਨਾ, 9:30 ਦੀ ਜਗ੍ਹਾ ਮੈਂ ਅੱਧਾ ਘੰਟਾ ਪਹਿਲਾਂ 35-40 ਮਿੰਟ ਪਹਿਲਾਂ ਆਇਆ। ਉਸ ਤੋਂ ਬਾਅਦ ਇਹ ਆਏ ਤੇ ਉਹਨਾਂ ਨੇ ਬਾਹਰੋਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿੰਦਾ ਲਗਾਤਾ। ਤੇ ਤੁਹਾਨੂੰ ਬੰਦਕ ਬਣਾ ਦਿੱਤਾ? ਬੰਦਕ ਨਹੀਂ ਕਹਿ ਸਕਦੇ, ਮੈਂ ਨਹੀਂ ਕਹਿੰਦਾ। ਉਹਨਾਂ ਦੀਆਂ ਆਪਣੀਆਂ ਮੰਗਾਂ, ਉਹ ਜਿਸ ਤਰੀਕੇ ਦੇ ਨਾਲ ਵੀ ਆਪਣੇ ਹੱਕ ਦੀ ਆਵਾਜ਼ ਉਠਾਉਣ। ਕਿਸੇ ਨੂੰ ਮੁਲਾਜ਼ਮ ਨੂੰ ਕਮਰੇ ਦੇ ਵਿੱਚ ਬੰਦ ਕਰਨਾ ਤਾਂ ਕੋਈ ਹੱਲ ਨਹੀਂ ਨਾ ਕਿਸੇ ਮੰਗ ਦਾ। ਹਾਂ, ਬਿਲਕੁਲ ਠੀਕ ਹੈ ਗੱਲ। ਤੁਸੀਂ ਹੁਣ ਤੁਹਾਡੇ ਵੱਲੋਂ ਮੰਗ ਵੀ ਕੀਤੀ ਗਈ ਐਸਐਸਪੀ ਸਾਹਿਬ ਨੂੰ, ਤੁਸੀਂ ਪਹਿਲਾਂ ਉਹਨਾਂ ਦਾ ਦੱਸ ਰਹੇ ਸੀ ਗੱਲਬਾਤ ਦੌਰਾਨ ਕਿ ਮੇਰੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ। ਨਹੀਂ, ਮੈਂ ਇਹ ਨਹੀਂ ਕਿਹਾ ਕਿ ਪਰਚਾ ਦਰਜ ਕੀਤਾ। ਨਹੀਂ, ਬਿਲਕੁਲ ਨਹੀਂ, ਪਰਚਾ ਦਰਜ ਕਰਨ ਵਾਲੀ ਕੋਈ ਗੱਲ ਨਹੀਂ ਹੋਈ। ਸਿਰਫ ਮੈਂ ਆਪਣੀ ਜਿਹੜੀ ਇਲੈਕਸ਼ਨ ਪ੍ਰੋਸੀਜਰ ਨੂੰ ਸਹੀ ਤਰੀਕੇ ਨਾਲ ਫੋਲੋ ਕਰਨ ਵਾਸਤੇ ਉਹਨਾਂ ਕੋਲੋਂ ਸਿਕਿਉਰਿਟੀ ਮੰਗੀ ਸੀ। ਤੇ ਜਿਹੜੀ ਸਰ ਇਲੈਕਸ਼ਨ ਪ੍ਰੋਸੀਜਰ ਜਿਹੜਾ ਸਹੀ ਤਰੀਕੇ ਨਾਲ ਫੋਲੋ ਨਹੀਂ ਹੋਇਆ, 3 ਘੰਟੇ ਲੇਟ ਹੋਇਆ, ਇਹਦਾ ਜ਼ਿੰਮੇਦਾਰ ਕੌਣ ਹੈ? ਇਹਦਾ ਜ਼ਿੰਮੇਦਾਰ ਤੇ ਫਿਰ ਇਹ ਦੇਖੋ, ਇਹ ਬਹੁਤਾ ਪਤਾ ਲੱਗਿਆ ਕਿ ਹੁਣ ਬੈਂਕ ਦੇ ਹੀ ਕਰਮਚਾਰੀ ਹੈ। ਦੇਖੋ, ਇਸੇ ਬੈਂਕ ਦੇ ਕਰਮਚਾਰੀ ਹੈ। ਇਹਦੇ ਲਈ ਮੈਂ ਕੋਈ ਸਟੇਟਮੈਂਟ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਦੀ। ਨਹੀਂ, ਐਜ਼ ਐਰੋ ਮੇਰੀ ਡਿਊਟੀ ਸਿਰਫ ਇਲੈਕਸ਼ਨ ਕਰਾਉਣ ਦੇ ਇੱਥੇ ਆ। ਮੈਂ ਸਿਰਫ ਉਹਦੇ ਬਾਰੇ ਗੱਲ ਕਰ ਸਕਦਾ। ਜਿਹੜਾ ਕੋਈ ਵਿਘਨ ਪਾਊਗਾ ਉਹਦੇ ਉੱਤੇ ਕਾਰਵਾਈ ਕਰਵਾਉਣਾ ਵੀ ਤਾਂ ਤੁਹਾਡੀ ਡਿਊਟੀ ਹੈ। ਉਹ ਸਰਕਾਰ ਜਿਹੜੀ ਹੈ ਜਾਂ ਵਿਭਾਗ ਆਪਣੇ ਆਪ ਦੇਖੇ। ਤੁਹਾਡੇ ਵੱਲੋਂ ਲਿਖਿਆ ਜਾਊਗਾ? ਠੀਕ ਹੈ, ਮੈਂ ਦੇਖੂੰਗਾ ਬਿਲਕੁਲ। ਜਿੰਨਾ ਲੇਟ ਹੋਇਆ ਮੈਂ ਉਹਦੀ ਰਿਪੋਰਟ ਕਰੂੰਗਾ। ਠੀਕ ਹੈ ਸਰ। ਠੀਕ। We are a multicultural network community. We groom competent global citizens to effect positive change around them.